ਅੱਜ ਜਾਓ ਅਸੀਂ ਚਰਚ ਜਿੱਥੇ ਆਤਮਾ ਅਤੇ ਲਾੜੀ ਆਖਦੇ ਹਨ, ਆਓ ਉਪਦੇਸ਼ ਸਿਰਲੇਖ ਨਾਲ ਇਕੱਠੇ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਇਹ ਕਹਿਣਾ ਬਿਲਕੁਲ ਵੀ ਜ਼ਿਆਦਾ ਨਹੀਂ ਹੈ ਕਿ ਬਾਈਬਲ ਭਵਿੱਖਬਾਣੀ ਦੀ ਕਿਤਾਬ ਹੈ। ਉਹਨਾਂ ਵਿੱਚੋਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਰਸੂਲ ਯੂਹੰਨਾ ਨੂੰ ਪਤਮੁਸ ਟਾਪੂ ਉੱਤੇ ਪ੍ਰਕਾਸ਼ ਪ੍ਰਾਪਤ ਹੋਇਆ। ਉਸਨੇ ਦੇਖਿਆ ਕਿ ਆਖਰੀ ਯੁੱਗ ਵਿੱਚ ਇੱਕ ਚਰਚ ਹੋਵੇਗਾ ਜਿੱਥੇ ਆਤਮਾ ਅਤੇ ਲਾੜੀ ਸਾਰੀ ਮਨੁੱਖ ਜਾਤੀ ਨੂੰ ਇਕੱਠਾ ਕਰਨਗੇ। ਜੇਕਰ ਅਸੀਂ ਉਸ ਚਰਚ ਵਿੱਚ ਨਹੀਂ ਜਾਂਦੇ ਤਾਂ ਅਸੀਂ ਜੀਵਨ ਦਾ ਜਲ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਜੀਵਨ ਦੇ ਜਲ ਨੂੰ ਪ੍ਰਾਪਤ ਕਰਨ ਲਈ ਸਾਨੂੰ ਆਤਮਾ ਅਤੇ ਲਾੜੀ ਦੀ ਭਾਲ ਕਰਨੀ ਚਾਹੀਦੀ ਹੈ। ਅੱਜ ਆਓ ਅਸੀਂ ਜਾਣੀਏ ਕਿ ਉਹ ਚਰਚ ਕਿਸ ਤਰ੍ਹਾਂ ਦਾ ਚਰਚ ਹੈ ਜਿੱਥੇ ਆਤਮਾ ਅਤੇ ਲਾੜੀ ਦੋਵੇਂ ਆਖਦੇ ਹਨ, ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਉੱਤੇ ਜਾਈਏ। ਆਓ ਅਸੀਂ ਅਧਿਆਇ 22 ਵਚਨ 17 ਦੇਖੀਏ। ਆਤਮਾ ਅਤੇ ਲਾੜੀ ਆਖਦੀ ਹੈ, ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ, ਆਓ। ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ। ਇਸ ਤਰ੍ਹਾਂ ਜਿਹੜੇ ਆਤਮਾ ਅਤੇ ਲਾੜੀ ਕੋਲ ਨਹੀਂ ਜਾਂਦੇ, ਉਹ ਜੀਵਨ ਦਾ ਜਲ ਪ੍ਰਾਪਤ ਨਹੀਂ ਕਰ ਸਕਦੇ, ਹੈ ਨਾ? ਕੇਵਲ ਜਦੋਂ ਅਸੀਂ ਆਤਮਾ ਅਤੇ ਲਾੜੀ ਕੋਲ ਜਾਂਦੇ ਹਾਂ ਤਾਂ ਅਸੀਂ ਜੀਵਨ ਦਾ ਜਲ ਪ੍ਰਾਪਤ ਕਰ ਸਕਦੇ ਹਾਂ। ਜਿਹੜੇ ਲੋਕ ਆਤਮਾ ਅਤੇ ਲਾੜੀ ਨਾਲ ਨਹੀਂ ਮਿਲੇ ਹਨ ਅਤੇ ਜੋ ਆਤਮਾ ਅਤੇ ਲਾੜੀ ਉੱਤੇ ਵਿਸ਼ਵਾਸ ਨਹੀਂ ਕਰਦੇ ਹਨ, ਉਹ ਕਦੇ ਵੀ ਜੀਵਨ ਦਾ ਜਲ ਪ੍ਰਾਪਤ ਨਹੀਂ ਕਰ ਸਕਦੇ। ਕਿਰਪਾ ਕਰਕੇ ਇਸ ਆਖਰੀ ਬੇਨਤੀ ਵੱਲ ਧਿਆਨ ਦਿਓ ਜੋ ਪਰਮੇਸ਼ਵਰ ਨੇ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਦੇ ਆਖਰੀ ਅਧਿਆਇ ਵਿੱਚ ਲਿਖੀ ਸੀ। ਵਚਨ 18 ਵਿੱਚ ਹੋਰ ਕੀ ਲਿਖਿਆ ਹੈ? ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਮ ਵਾਕ ਦੀਆਂ ਬਾਣੀਆਂ, ਦੂਜੇ ਸ਼ਬਦਾਂ ਵਿੱਚ ਬਾਈਬਲ ਦੀ ਭਵਿੱਖਬਾਣੀ ਦੀਆਂ ਗੱਲਾਂ ਸੁਣਦਾ ਹੈ, ਸਾਖੀ ਦਿੰਦਾ ਹਾਂ। ਜੇ ਕੋਈ ਇਹਨਾਂ ਵਿੱਚ ਕੁਝ ਵਧਾਵੇ, ਕੀ ਹੋਵੇਗਾ ਜੇਕਰ ਅਸੀਂ ਕੁਝ ਵਧਾਈਏ? ਤਾਂ ਉਹ ਬਵਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪਰਮੇਸ਼ਵਰ ਉਸ ਉੱਤੇ ਵਧਾਵੇਗਾ। ਅਤੇ ਜੋ ਕੋਈ ਇਸ ਅਗਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ, ਕੀ ਹੋਵੇਗਾ ਜੇਕਰ ਅਸੀਂ ਪਰਮੇਸ਼ਵਰ ਦੇ ਵਚਨਾਂ ਵਿੱਚੋਂ ਕੁਝ ਘਟਾਵੇ? ਤਾਂ ਜੀਵਨ ਦੇ ਬਿਰਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ, ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪਰਮੇਸ਼ਵਰ ਉਹਦਾ ਹਿੱਸਾ ਘਟਾਵੇਗਾ। ਜਦੋਂ ਆਤਮਾ ਅਤੇ ਲਾੜੀ ਆਖਦੇ ਹਨ, ਮੇਰੇ ਕੋਲ ਆਓ ਅਤੇ ਜੀਵਨ ਦਾ ਜਲ ਮੁਫਤ ਲਵੋ, ਤਾਂ ਉਸ ਤੋਂ ਬਾਅਦ ਕਿਹੜੀ ਚੇਤਾਵਨੀ ਆਉਂਦੀ ਹੈ? ਕੁਝ ਵੀ ਨਾ ਵਧਾਓ, ਤੁਹਾਡੇ ਉੱਤੇ ਵਿਪਤਾਵਾਂ ਆਉਣਗੀਆਂ। ਇਸ ਦਾ ਅਰਥ ਹੈ ਕਿ ਅਸੀਂ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ। ਨਾਲ ਹੀ ਜੇ ਕੋਈ ਵਚਨਾਂ ਵਿੱਚੋਂ ਘਟਾ ਦੇਵੇ ਤਾਂ ਪਰਮੇਸ਼ਵਰ ਸਵਰਗ ਦੇ ਰਾਜ ਵਿੱਚੋਂ ਉਸ ਦਾ ਹਿੱਸਾ ਘਟਾ ਦੇਣਗੇ। ਦੂਜੇ ਸ਼ਬਦਾਂ ਵਿੱਚ, ਪਰਮੇਸ਼ਵਰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਉਹਨਾਂ ਦੇ ਅਧਿਕਾਰ ਨੂੰ ਖੋਹ ਲੈਣਗੇ। ਇਸ ਲਈ ਸਾਨੂੰ ਕਦੇ ਵੀ ਪਰਮੇਸ਼ਵਰ ਦੇ ਵਚਨ ਨੂੰ ਨਹੀਂ ਬਦਲਣਾ ਚਾਹੀਦਾ। ਕੀ ਸਾਨੂੰ ਆਤਮਾ ਅਤੇ ਲਾੜੀ ਬਾਰੇ ਨਹੀਂ ਜਾਣਨਾ ਚਾਹੀਦਾ ਜੋ ਕਹਿੰਦੇ ਹਨ, ਮੇਰੇ ਕੋਲ ਆਓ ਅਤੇ ਜੀਵਨ ਦਾ ਜਲ ਪ੍ਰਾਪਤ ਕਰੋ, ਤਾਂ ਜੋ ਉਹਨਾਂ ਕੋਲ ਜਾਈਏ ਅਤੇ ਜੀਵਨ ਦਾ ਵਚਨ ਮੰਗ ਸਕੀਏ? ਸਾਰੇ ਸਹਿਮਤ ਹੁੰਦੇ ਹਨ ਕਿ ਆਤਮਾ ਪਿਤਾ ਪਰਮੇਸ਼ਵਰ ਹੈ ਜਿਨ੍ਹਾਂ ਕੋਲ ਨਰ ਸਰੂਪ ਹੈ। ਹਾਲਾਂਕਿ ਲਾੜੀ ਬਾਰੇ ਕੁਝ ਲੋਕ ਕਹਿੰਦੇ ਹਨ, ਲਾੜੀ ਸੰਤ ਹੈ। ਕੀ ਲਾੜੀ ਇੱਕ ਚਰਚ ਨੂੰ ਨਹੀਂ ਦਰਸਾਉਂਦੀ? ਕੀ ਲਾੜੀ ਸਿਰਫ ਕਿਸੇ ਚੀਜ਼ ਦਾ ਪ੍ਰਤੀਕ ਨਹੀਂ ਹੈ? ਫਿਰ ਸਾਨੂੰ ਇਹ ਪੁੱਛਣ ਦੀ ਲੋੜ ਹੈ ਕਿ ਆਤਮਾ ਕਿਸ ਨੂੰ ਦਰਸਾਉਂਦਾ ਹੈ? ਆਤਮਾ ਸੱਚੇ ਪਰਮੇਸ਼ਵਰ ਨੂੰ ਦਰਸਾਉਂਦਾ ਹੈ ਅਤੇ ਲਾੜੀ ਕਿਸ ਨੂੰ ਦਰਸਾਉਂਦੀ ਹੈ? ਇੱਥੇ ਇਸ ਵਚਨ ਵਿੱਚ ਲਾੜੀ ਪਵਿੱਤਰ ਆਤਮਾ ਪਰਮੇਸ਼ਵਰ ਦੀ ਲਾੜੀ ਨੂੰ ਦਰਸਾਉਂਦੀ ਹੈ। ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਅਸੀਂ ਪਵਿੱਤਰ ਆਤਮਾ ਪਰਮੇਸ਼ਵਰ ਨੂੰ ਪਿਤਾ ਕਹਿੰਦੇ ਹਾਂ, ਹੈ ਨਾ? ਫਿਰ ਕੁਦਰਤੀ ਤੌਰ ਤੇ ਪਿਤਾ ਪਰਮੇਸ਼ਵਰ ਦੀ ਲਾੜੀ ਕੌਣ ਹੋਣੀ ਚਾਹੀਦੀ ਹੈ? ਉਹ ਮਾਤਾ ਪਰਮੇਸ਼ਵਰ ਹੈ। ਹਾਲਾਂਕਿ ਕਿਉਂਕਿ ਉਹ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ, ਇਸ ਲਈ ਵਿਰੋਧਾਭਾਸ ਪੈਦਾ ਹੁੰਦੇ ਰਹਿੰਦੇ ਹਨ। ਇਸੇ ਕਾਰਨ ਅੱਜ ਦੇ ਚਰਚ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਤੇ ਸੰਪੂਰਨ ਵਿਸ਼ਵਾਸ ਕਰਨ ਵਿੱਚ ਅਸਫਲ ਰਹਿੰਦੇ ਹਨ।
ਮਸੀਹ ਦੇ ਇਸ ਧਰਤੀ ਉੱਤੇ ਦੂਜੀ ਵਾਰ ਆਏ ਬਿਨਾਂ ਕੋਈ ਵੀ ਬਾਈਬਲ ਨੂੰ ਨਹੀਂ ਖੋਲ ਸਕਦਾ ਜਾਂ ਉਹਨਾਂ ਦੀ ਵਿਆਖਿਆ ਨਹੀਂ ਕਰ ਸਕਦਾ, ਜਿਵੇਂ ਕਿ ਪ੍ਰਕਾਸ਼ ਦੀ ਪੋਥੀ ਅਧਿਆਇ 5 ਵਿੱਚ ਲਿਖਿਆ ਗਿਆ ਹੈ ਨਾ। ਇਸ ਤਰ੍ਹਾਂ ਅੱਜ ਸਾਨੂੰ ਆਤਮਾ ਅਤੇ ਲਾੜੀ ਨੂੰ ਜਾਣਨਾ ਚਾਹੀਦਾ ਹੈ ਜੋ ਕਹਿੰਦੇ ਹਨ, ਆਓ ਅਤੇ ਉਹਨਾਂ ਕੋਲ ਜਾਣਾ ਚਾਹੀਦਾ ਹੈ। ਅੱਜ ਕੱਲ੍ਹ ਬਹੁਤ ਸਾਰੇ ਚਰਚ ਮਾਤਾ ਪਰਮੇਸ਼ਵਰ ਨੂੰ ਸਮਝਣ ਵਿੱਚ ਅਸਫਲ ਰਹਿੰਦੇ ਹਨ ਅਤੇ ਬਹੁਤ ਸਾਰੀ ਗਲਤ ਵਿਆਖਿਆਵਾਂ ਕਰਦੇ ਹਨ। ਹਾਲਾਂਕਿ ਕੀ ਬਾਈਬਲ ਸਾਨੂੰ ਇਹ ਨਹੀਂ ਸਿਖਾਉਂਦੀ ਕਿ ਸਾਡੇ ਕੋਲ ਨਾ ਸਿਰਫ ਪਿਤਾ ਪਰਮੇਸ਼ਵਰ ਸਗੋਂ ਇੱਕ ਹੋਰ ਈਸ਼ਵਰੀ ਜਨ ਵੀ ਹੈ? ਇਹ ਸਾਨੂੰ ਮਾਤਾ ਪਰਮੇਸ਼ਵਰ ਬਾਰੇ ਸਿਖਾਉਂਦੀ ਹੈ। ਜਦੋਂ ਅਸੀਂ ਉਹਨਾਂ ਕੋਲ ਆਵਾਂਗੇ ਤਾਂ ਸਾਨੂੰ ਜੀਵਨ ਦਾ ਜਲ ਪ੍ਰਾਪਤ ਹੋਵੇਗਾ। ਅੰਤ ਵਿੱਚ ਇਹ ਸਾਨੂੰ ਸਦੀਪਕ ਜੀਵਨ ਵੱਲ ਵੀ ਲੈ ਜਾਵੇਗਾ। ਕੀ ਇਹ ਸੱਚ ਨਹੀਂ ਹੈ? ਇਸ ਮਾਮਲੇ ਬਾਰੇ ਪਰਮੇਸ਼ਵਰ ਨੇ ਸਾਨੂੰ ਇੱਕ ਬਹੁਤ ਹੀ ਸਪਸ਼ਟ ਸਿੱਖਿਆ ਦਿੱਤੀ ਹੈ। ਆਓ ਅਸੀਂ ਉਤਪਤ ਅਧਿਆਇ 1:26 ਦੇਖੀਏ। ਉਤਪਤ ਅਧਿਆਇ 1:26 ਤਾਂ ਪਰਮੇਸ਼ੁਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ। ਸਧਾਰਨ ਰੂਪ ਵਿੱਚ ਕਹੀਏ ਤਾਂ ਬਣਾਓ ਸ਼ਬਦ ਨੂੰ ਸ੍ਰਿਸ਼ਟੀ ਕਰੋ ਸ਼ਬਦ ਨਾਲ ਬਦਲਿਆ ਜਾ ਸਕਦਾ ਹੈ। ਪਰਮੇਸ਼ਵਰ ਨੇ 6 ਦਿਨਾਂ ਵਿੱਚ ਸਾਰੀਆਂ ਚੀਜ਼ਾਂ ਦੀ ਸ੍ਰਿਸ਼ਟੀ ਕੀਤੀ ਅਤੇ 6ਵੇਂ ਦਿਨ ਪਰਮੇਸ਼ਵਰ ਨੇ ਇਹਨਾਂ ਸ਼ਬਦਾਂ ਨੂੰ ਬੋਲਿਆ। ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ। ਕੀ ਇਹ ਬਾਈਬਲ ਵਿੱਚ ਨਹੀਂ ਲਿਖਿਆ ਗਿਆ ਹੈ, ਆਓ ਅਸੀਂ ਮਨੁੱਖਜਾਤੀ ਦੀ ਰਚਨਾ ਕਰੀਏ? ਜੇਕਰ ਇੱਕ ਹੀ ਪਰਮੇਸ਼ਵਰ ਨੇ ਸਭ ਕੁਝ ਬਣਾਇਆ ਤਾਂ ਕੀ ਇਹ ਕਹਿਣਾ ਜ਼ਿਆਦਾ ਸਹੀ ਨਹੀਂ ਹੋਵੇਗਾ, ਮੈਂ ਮਨੁੱਖਜਾਤੀ ਦੀ ਸ੍ਰਿਸ਼ਟੀ ਕਰਾਂਗਾ? ਹਾਲਾਂਕਿ ਪਰਮੇਸ਼ਵਰ ਨੇ ਕਿਹਾ, ਆਓ ਅਸੀਂ ਮਨੁੱਖ ਦੀ ਸ੍ਰਿਸ਼ਟੀ ਕਰੀਏ। ਆਓ ਇਸ ਵਚਨ ਨੂੰ ਫਿਰ ਤੋਂ ਪੜ੍ਹੀਏ। ਤਾਂ ਪਰਮੇਸ਼ੁਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਬਣਾਈਏ। ਕੀ ਪਰਮੇਸ਼ਵਰ ਨੇ ਕਿਹਾ, ਮੈਂ ਮਨੁੱਖ ਨੂੰ ਬਣਾਵਾਂਗਾ? ਪਰਮੇਸ਼ਵਰ ਨੇ ਕਿਹਾ, ਆਓ ਅਸੀਂ ਮਨੁੱਖ ਨੂੰ ਬਣਾਈਏ। ਫਿਰ ਉਹਨਾਂ ਨੇ ਅੱਗੇ ਕੀ ਕਿਹਾ? ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ। ਸਾਰੇ ਲੋਕੋ ਅਸੀਂ ਅਤੇ ਆਪਣਾ ਸ਼ਬਦ ਦਾ ਵਾਰ-ਵਾਰ ਉਪਯੋਗ ਹੋਇਆ ਹੈ। ਸਾਨੂੰ ਇਹਨਾਂ ਸ਼ਬਦਾਂ ਵੱਲ ਧਿਆਨ ਦੇਣ ਦੀ ਲੋੜ ਹੈ। ਬੇਸ਼ੱਕ ਪਰਮੇਸ਼ਵਰ ਇਕਵਚਨ ਮੈਂ ਅਤੇ ਬਹੁਵਚਨ ਅਸੀਂ ਵਿੱਚ ਅੰਤਰ ਜਾਣਦੇ ਹਨ, ਫਿਰ ਵੀ ਪਰਮੇਸ਼ਵਰ ਨੇ ਇਸ ਨੂੰ ਮੈਂ ਮਨੁੱਖ ਜਾਤੀ ਨੂੰ ਬਣਾਵਾਂਗਾ ਦੇ ਰੂਪ ਵਿੱਚ ਵਰਣਨ ਨਹੀਂ ਕੀਤਾ। ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ। ਸਾਰੇ ਲੋਕੋ ਪਰਮੇਸ਼ਵਰ ਕੋਈ ਗਲਤੀ ਨਹੀਂ ਕਰਦੇ। ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇਹ ਇੱਕ ਗਲਤੀ ਹੈ? ਪ੍ਰਕਾਸ਼ ਦੀ ਪੋਥੀ ਅਧਿਆਇ 22:18 ਵਿੱਚ ਬਾਈਬਲ ਕੀ ਕਹਿੰਦੀ ਹੈ? ਇਹ ਲਿਖਿਆ ਹੈ ਕਿ ਸਾਨੂੰ ਕਦੇ ਵੀ ਬਾਈਬਲ ਵਿੱਚੋਂ ਕੁਝ ਵੀ ਨਹੀਂ ਜੋੜਨਾ ਚਾਹੀਦਾ ਜਾਂ ਉਸ ਵਿੱਚੋਂ ਕੁਝ ਵੀ ਨਹੀਂ ਘਟਾਉਣਾ ਚਾਹੀਦਾ ਹੈ। ਜਦੋਂ ਅਸੀਂ ਪਰਮੇਸ਼ਵਰ ਦੀਆਂ ਭਵਿੱਖਬਾਣੀਆਂ ਨੂੰ ਬਦਲੇ ਬਿਨਾਂ ਉਹਨਾਂ ਨੂੰ ਦੇਖਦੇ ਹਾਂ ਤਾਂ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਪਰਮੇਸ਼ਵਰ ਇਕਵਚਨ ਰੂਪ ਦੀ ਬਜਾਏ ਬਹੁਵਚਨ ਰੂਪ ਵਿੱਚ ਮੌਜੂਦ ਹੈ। ਆਓ ਅਸੀਂ ਫਿਰ ਤੋਂ ਵਚਨ 26 ਵੇਖੀਏ। ਤਾਂ ਪਰਮੇਸ਼ੁਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀਪੁਰ ਸਾਰੇ ਕਿਸਰਨ ਵਾਲਿਆਂ ਉੱਤੇ ਰਾਜ ਕਰਨ। ਸੋ ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ। ਪਰਮੇਸ਼ਵਰ ਨੇ ਕਿਸ ਦੀ ਸ੍ਰਿਸ਼ਟੀ ਕੀਤੀ? ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। ਪਰਮੇਸ਼ਵਰ ਨੇ ਕਿਹਾ, ਅਸੀਂ ਮਨੁੱਖ ਨੂੰ ਆਪਣੇ ਸਰੂਪ ਅਨੁਸਾਰ ਬਣਾਈਏ ਅਤੇ ਨਰ ਅਤੇ ਨਾਰੀ ਦੀ ਸ੍ਰਿਸ਼ਟੀ ਕੀਤੀ। ਫਿਰ ਨਰ ਅਤੇ ਨਾਰੀ ਪਰਮੇਸ਼ਵਰ ਦੇ ਸਰੂਪ ਦੀ ਨਕਲ ਸੀ। ਕੀ ਨਰ ਨੂੰ ਪਰਮੇਸ਼ਵਰ ਦੀ ਨਕਲ ਕਰਕੇ, ਜਿਨ੍ਹਾਂ ਕੋਲ ਨਰ ਸਰੂਪ ਹੈ, ਨਹੀਂ ਬਣਾਇਆ ਗਿਆ? ਕੀ ਨਾਰੀ ਨੂੰ ਪਰਮੇਸ਼ਵਰ ਦੀ ਨਕਲ ਕਰਕੇ, ਜਿਨ੍ਹਾਂ ਕੋਲ ਨਾਰੀ ਸਰੂਪ ਹੈ, ਨਹੀਂ ਬਣਾਇਆ ਗਿਆ? ਸਾਰੀ ਮਨੁੱਖਜਾਤੀ ਪਰਮੇਸ਼ਵਰ ਨੂੰ ਜਿਨ੍ਹਾਂ ਕੋਲ ਨਾਰੀ ਸਰੂਪ ਹੈ, ਪਿਤਾ ਪਰਮੇਸ਼ਵਰ ਕਹਿੰਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਮਨੁੱਖਜਾਤੀ ਨੂੰ ਸਿਰਜਣਹਾਰ ਪਰਮੇਸ਼ਵਰ ਦੁਆਰਾ ਜੀਵਨ ਦਿੱਤਾ ਗਿਆ ਹੈ।
ਅਸੀਂ ਬਿਨਾਂ ਕਿਸੇ ਕਾਰਨ ਪਰਮੇਸ਼ਵਰ ਨੂੰ ਪਿਤਾ ਨਹੀਂ ਕਹਿੰਦੇ। ਫਿਰ ਪਰਮੇਸ਼ਵਰ ਦੇ ਨਾਰੀ ਸਰੂਪ ਨੂੰ ਮਾਤਾ ਪਰਮੇਸ਼ਵਰ ਕਿਹਾ ਜਾਣਾ ਚਾਹੀਦਾ ਹੈ। ਇਸ ਲਈ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਇਹ ਕੀ ਕਹਿੰਦਾ ਹੈ? ਆਤਮਾ ਅਤੇ ਲਾੜੀ ਕਹਿੰਦੇ ਹਨ, ਆਓ। ਇਸ ਦਾ ਕੀ ਮਤਲਬ ਹੈ? ਕਿੱਥੇ ਹੋਰ ਨਾ ਜਾਣਾ ਅਤੇ ਪਰਤਾਵੇ ਵਿੱਚ ਨਾ ਪੈਣਾ। ਤੁਹਾਨੂੰ ਉਸ ਸਥਾਨ ਤੇ ਆਉਣਾ ਚਾਹੀਦਾ ਹੈ ਜਿੱਥੇ ਆਤਮਾ ਅਤੇ ਲਾੜੀ ਹਨ। ਇਹ ਲਿਖਿਆ ਹੈ, ਆਤਮਾ ਅਤੇ ਲਾੜੀ ਆਖਦੀ ਹੈ, ਆਓ। ਜਦੋਂ ਮਨੁੱਖਜਾਤੀ ਉਸ ਸਥਾਨ ਤੇ ਜਾਂਦੀ ਹੈ ਜਿੱਥੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਰਹਿੰਦੇ ਹਨ, ਤਾਂ ਉਹ ਸਦੀਪਕ ਜੀਵਨ ਅਤੇ ਸਵਰਗ ਦਾ ਰਾਜ ਪ੍ਰਾਪਤ ਕਰ ਸਕਦੇ ਹਨ, ਕਿਉਂਕਿ ਉਹ ਉੱਥੇ ਪਾਪਾਂ ਦੀ ਮਾਫੀ ਵੀ ਪ੍ਰਾਪਤ ਕਰ ਸਕਦੇ ਹਨ। ਇਸ ਲਈ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਮਨੁੱਖਜਾਤੀ ਨੂੰ ਆਉਣ ਲਈ ਬੁਲਾ ਰਹੇ ਹਨ। ਹਾਲਾਂਕਿ ਅੱਜ ਭਾਵੇਂ ਬਾਈਬਲ ਸਾਨੂੰ ਅਸੀਂ ਦੇ ਰੂਪ ਵਿੱਚ ਦਰਸਾਏ ਗਏ ਪਰਮੇਸ਼ਵਰ ਬਾਰੇ ਸਿਖਾਉਂਦੀ ਹੈ, ਪਰ ਲੋਕ ਦਾਅਵਾ ਕਰਦੇ ਹਨ ਕਿ ਸਿਰਫ ਇੱਕ ਹੀ ਪਰਮੇਸ਼ਵਰ ਹੈ ਅਤੇ ਬਾਈਬਲ ਦੀ ਗਲਤ ਵਿਆਖਿਆ ਕਰਦੇ ਹਨ। ਇਸ ਤੋਂ ਇਲਾਵਾ ਜਦੋਂ ਅਸੀਂ ਇਸ ਬਾਰੇ ਪ੍ਰਚਾਰ ਕਰਦੇ ਹਾਂ ਤਾਂ ਉਹ ਇਸ ਨੂੰ ਕੁਧਰਮ ਮੰਨਦੇ ਹਨ। ਬਾਈਬਲ ਦਾ ਅਧਿਐਨ ਕਰਨਾ ਕੁਧਰਮ ਕਿਉਂ ਮੰਨਿਆ ਜਾਂਦਾ ਹੈ? ਕਿਉਂਕਿ ਸਾਨੂੰ ਕੁਝ ਨਹੀਂ ਬਦਲਣਾ ਚਾਹੀਦਾ, ਇਸ ਲਈ ਸਾਨੂੰ ਸਭ ਕੁਝ ਸਿੱਖਣਾ ਚਾਹੀਦਾ ਹੈ। ਇਹ ਬਦਕਿਸਮਤੀ ਹੈ ਕਿ ਉਹ ਵਿਰੋਧਾਭਾਸ ਨਾਲ ਭਰੇ ਹੋਏ ਹਨ। ਇਸ ਲਈ ਜਦੋਂ ਅਸੀਂ ਉਹਨਾਂ ਨੂੰ ਬਾਈਬਲ ਵਿੱਚੋਂ ਕੁਝ ਸਵਾਲ ਪੁੱਛਦੇ ਹਾਂ ਤਾਂ ਉਹ ਕਹਿੰਦੇ ਹਨ, ਜਿਹੜੇ ਲੋਕ ਬਾਈਬਲ ਬਾਰੇ ਬਹੁਤ ਕੁਝ ਜਾਣਦੇ ਹਨ ਉਹ ਵਿਰੋਧੀ ਹਨ। ਕੀ ਬਾਈਬਲ ਦੀ ਪਹਿਲੀ ਕਿਤਾਬ ਉਤਪਤ ਨਹੀਂ ਹੈ? ਫਿਰ ਆਖਰੀ ਕਿਤਾਬ ਕੀ ਹੈ? ਇਹ ਪ੍ਰਕਾਸ਼ ਦੀ ਪੋਥੀ ਹੈ। ਪਰਮੇਸ਼ਵਰ ਨੇ ਪਹਿਲੀ ਕਿਤਾਬ ਅਤੇ ਆਖਰੀ ਕਿਤਾਬ ਵਿਚਕਾਰ ਇੱਕ ਸੰਪੂਰਨ ਸੰਬੰਧ ਬਣਾਇਆ। ਉਤਪਤ ਅਧਿਆਇ 1 ਵਿੱਚ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਆਪਣੇ ਆਪ ਨੂੰ ਅਸੀਂ ਦੇ ਰੂਪ ਵਿੱਚ ਦਰਸਾਉਂਦੇ ਹਨ ਅਤੇ ਪ੍ਰਕਾਸ਼ ਦੀ ਪੋਥੀ 22 ਵਿੱਚ ਉਹ ਇਹ ਕਹਿੰਦੇ ਹੋਏ ਆਤਮਾ ਅਤੇ ਲਾੜੀ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ, ਉਸ ਚਰਚ ਵਿੱਚ ਆਓ ਜੋ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦਾ ਹੈ। ਇਸ ਲਈ ਪਰਮੇਸ਼ਵਰ ਨੇ ਇਹਨਾਂ ਸਾਰੇ ਵਚਨਾਂ ਨੂੰ ਬਾਈਬਲ ਵਿੱਚ ਦਰਜ ਕੀਤਾ ਅਤੇ ਕਿਹਾ, ਜੋ ਕੁਝ ਇੱਥੇ ਲਿਖਿਆ ਗਿਆ ਹੈ ਉਸ ਨੂੰ ਕਦੇ ਨਾ ਬਦਲੋ। ਇਸ ਤਰ੍ਹਾਂ ਪਰਮੇਸ਼ਵਰ ਸਾਨੂੰ ਜੀਵਨ ਦੇ ਜਲ ਦੇ ਵਚਨਾਂ ਸਦੀਪਕ ਜੀਵਨ ਦੇ ਰਾਹ ਵੱਲ ਅਤੇ ਸਵਰਗ ਦੇ ਰਾਹ ਵੱਲ ਜਾਗਰੂਕ ਕਰਦੇ ਹਨ, ਹੈ ਨਾ? ਜਦੋਂ ਲੋਕਾਂ ਨੂੰ ਪੁੱਛਿਆ ਜਾਂਦਾ ਹੈ, ਤੁਸੀਂ ਪਰਮੇਸ਼ਵਰ ਨੂੰ ਪਿਤਾ ਕਿਉਂ ਕਹਿੰਦੇ ਹੋ? ਉਹ ਇਸ ਦਾ ਕਾਰਨ ਨਹੀਂ ਜਾਣਦੇ, ਪਰ ਸਿਰਫ ਜਵਾਬ ਦਿੰਦੇ ਹਨ, ਬਾਈਬਲ ਉਹਨਾਂ ਨੂੰ ਪਿਤਾ ਦੇ ਰੂਪ ਵਿੱਚ ਦਰਸਾਉਂਦੀ ਹੈ। ਜਦੋਂ ਤੁਸੀਂ ਚਰਚ ਆਉਂਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ, ਭਰਾ, ਕਿਰਪਾ ਕਰਕੇ ਇੱਕ ਪਲ ਲਈ ਇੱਥੇ ਆਓ। ਭੈਣ, ਕੋਈ ਤੁਹਾਨੂੰ ਬੁਲਾ ਰਿਹਾ ਹੈ। ਕੀ ਤੁਸੀਂ ਇੱਕ ਦੂਜੇ ਨੂੰ ਭੈਣ, ਭਰਾ ਨਹੀਂ ਕਹਿੰਦੇ? ਇਹ ਸ਼ਬਦ ਸਿਰਫ ਸਿਰਲੇਖ ਨਹੀਂ ਹੈ। ਬਾਈਬਲ ਵਿੱਚ ਉਹਨਾਂ ਦਾ ਇੱਕ ਮਕਸਦ ਹੈ। ਅਜਿਹੇ ਸ਼ਬਦ ਹਨ, ਪਿਤਾ, ਮਾਤਾ, ਭਰਾ ਤੇ ਭੈਣ। ਅਸੀਂ ਇਹਨਾਂ ਸਿਰਲੇਖਾਂ ਦੀ ਵਰਤੋਂ ਕਿੱਥੇ ਕਰ ਸਕਦੇ ਹਾਂ? ਕੀ ਉਹਨਾਂ ਦੀ ਵਰਤੋਂ ਪਰਿਵਾਰ ਵਿੱਚ ਨਹੀਂ ਕੀਤੀ ਜਾਂਦੀ ਹੈ? ਅਸੀਂ ਇੱਕ ਦੂਜੇ ਨੂੰ ਭੈਣ, ਭਰਾ ਕਹਿੰਦੇ ਹਾਂ ਕਿਉਂਕਿ ਅਸੀਂ ਭੈਣ, ਭਰਾ ਹਾਂ। ਸਾਨੂੰ ਇਸ ਗੱਲ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਅਸੀਂ ਸਾਰੇ ਇੱਕ ਪਿਤਾ ਅਤੇ ਇੱਕ ਮਾਤਾ ਦੇ ਨਾਲ ਸਵਰਗੀ ਪਰਿਵਾਰ ਦੇ ਮੈਂਬਰ ਹਾਂ। ਫਿਰ ਕੀ ਇਹ ਸਿੱਖਿਆਵਾਂ ਚਰਚ ਆਫ ਗॉड ਦੁਆਰਾ ਬਣਾਈਆਂ ਗਈਆਂ ਹਨ? ਸਾਰੇ ਲੋਕੋ, ਕੀ ਸਾਨੂੰ ਬਾਈਬਲ ਰਾਹੀਂ ਇਸ ਦੀ ਪੁਸ਼ਟੀ ਨਹੀਂ ਕਰਨੀ ਚਾਹੀਦੀ? ਆਓ ਅਸੀਂ ਇਬਰਾਨੀਆਂ ਅਧਿਆਇ 8 ਵਚਨ 5 ਉੱਤੇ ਇੱਕ ਨਜ਼ਰ ਮਾਰੀਏ। ਅਧਿਆਇ 8 ਵਚਨ 5 ਜਿਹੜੇ ਸੁਰਗੀ ਵਸਤਾਂ ਦੇ ਕੀ ਹਨ, ਨਮੂਨੇ ਅਤੇ ਪਰਛਾਵੇਂ ਦੀ ਸੇਵਾ ਕਰਦੇ ਹਨ। ਮੂਸਾ ਨੇ ਸਵਰਗੀ ਯਰੂਸ਼ਲਮ ਮੰਦਰ ਨੂੰ ਦੇਖਿਆ ਅਤੇ ਪਹਾੜ ਉੱਤੇ ਦਿਖਾਏ ਗਏ ਨਮੂਨੇ ਅਨੁਸਾਰ ਧਰਤੀ ਉੱਤੇ ਤੰਬੂ ਬਣਾਇਆ। ਫਿਰ ਕੀ ਸਿਰਫ ਧਰਤੀ ਦਾ ਪਵਿੱਤਰ ਸਥਾਨ ਹੀ ਸਵਰਗ ਦੀ ਵਸਤੂ ਦੀ ਨਕਲ ਅਤੇ ਪਰਛਾਵਾਂ ਹੈ? ਨਹੀਂ, ਅਜਿਹਾ ਨਹੀਂ ਹੈ। ਸੰਸਾਰਿਕ ਪਰਿਵਾਰ ਪ੍ਰਣਾਲੀ ਵੀ ਸਵਰਗੀ ਪਰਿਵਾਰ ਪ੍ਰਣਾਲੀ ਦਾ ਇੱਕ ਨਕਲ ਅਤੇ ਪਰਛਾਵਾਂ ਹੈ। ਪਰਮੇਸ਼ਵਰ ਨੇ ਇਸ ਨੂੰ ਇਸ ਤਰ੍ਹਾਂ ਬਣਾਇਆ ਕਿਉਂਕਿ ਉਹ ਚਾਹੁੰਦੇ ਹਨ ਕਿ ਅਸੀਂ ਇਸ ਧਰਤੀ ਉੱਤੇ ਪਰਿਵਾਰ ਪ੍ਰਣਾਲੀ ਦੁਆਰਾ ਸਵਰਗ ਦੀਆਂ ਅਦਿੱਖ ਚੀਜ਼ਾਂ ਨੂੰ ਮਹਿਸੂਸ ਕਰੀਏ। ਕੀ ਸਾਰੇ ਸੰਸਾਰਿਕ ਪਰਿਵਾਰਾਂ ਵਿੱਚ ਪਿਤਾ ਨਹੀਂ ਹੁੰਦੇ? ਸਿਰਫ ਬੁੱਢੇ ਹੋਣ ਦੇ ਕਾਰਨ ਤੁਸੀਂ ਪਿਤਾ ਨਹੀਂ ਬਣ ਸਕਦੇ।
ਕੀ ਪਿਤਾ ਸਿਰਲੇਖ ਕੁਝ ਅਜਿਹਾ ਨਹੀਂ ਹੈ ਜਿਸ ਦੀ ਵਰਤੋਂ ਸਿਰਫ ਬੱਚੇ ਹੀ ਕਰ ਸਕਦੇ ਹਨ? ਭਾਵੇਂ ਕੋਈ 50 ਜਾਂ 60 ਸਾਲ ਦਾ ਹੋ ਜਾਵੇ, ਪਰ ਉਹ ਬਿਨਾਂ ਸੰਤਾਨ ਦੇ ਪਿਤਾ ਜਾਂ ਮਾਤਾ ਨਹੀਂ ਬਣ ਸਕਦੇ। ਕੀ ਇਹ ਸੱਚ ਨਹੀਂ ਹੈ? ਪਿਤਾ ਅਤੇ ਮਾਤਾ ਸਿਰਲੇਖ ਦੀ ਵਰਤੋਂ ਉਹਨਾਂ ਦੇ ਬੱਚੇ ਕਰਦੇ ਹਨ। ਇਸ ਲਈ ਇੱਕ ਪਰਿਵਾਰ ਵਿੱਚ ਇੱਕ ਪਿਤਾ, ਪੁੱਤਰ ਅਤੇ ਧੀਆਂ ਹੁੰਦੀਆਂ ਹਨ। ਉੱਥੇ ਹੋਰ ਕੌਣ ਹੁੰਦਾ ਹੈ? ਬੱਚਿਆਂ ਨੂੰ ਜੀਵਨ ਕੌਣ ਦਿੰਦੀ ਹੈ? ਉੱਥੇ ਇੱਕ ਮਾਤਾ ਹੋਣੀ ਚਾਹੀਦੀ ਹੈ। ਆਓ ਅਸੀਂ ਇਬਰਾਨੀਆਂ ਅਧਿਆਇ 12 ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਵਚਨ 8 ਵੇਖੀਏ। ਪਰ ਜੇ ਤੁਸੀਂ ਉਸ ਤਾੜਨਾ ਬਿਨਾਂ ਰਹੇ ਜਿਹਦੇ ਵਿੱਚ ਸਭੋ ਸਾਂਝੀ ਹੋਏ ਹਨ ਤਾਂ ਤੁਸੀਂ ਪੁੱਤਰ ਨਹੀਂ ਸਗੋਂ ਹਰਾਮਦੇ ਹੋ। ਫਿਰ ਸਾਡੇ ਸਰੀਰਕ ਪਿਓ ਸਨ ਜਿਹੜੇ ਤਾੜਨਾ ਕਰਦੇ ਸਨ ਅਤੇ ਅਸਾਂ ਉਹਨਾਂ ਦਾ ਆਦਰ ਕੀਤਾ। ਤਾਂ ਭਲਾ ਅਸੀਂ ਬਹੁਤ ਵਧੀਕ ਸਾਡੇ ਕੋਲ ਕਿਸ ਤਰ੍ਹਾਂ ਦੇ ਪਿਤਾ ਹਨ, ਆਤਮਿਆਂ ਦੇ ਪਿਤਾ ਦੇ ਅਧੀਨ ਨਾ ਹੋਈਏ ਅਤੇ ਜੀਵੀਏ। ਜਿਵੇਂ ਸਾਡੇ ਸਰੀਰਕ ਪਰਿਵਾਰਾਂ ਵਿੱਚ ਸਾਡੇ ਸਰੀਰਕ ਪਿਤਾ ਹਨ, ਉਸੇ ਤਰ੍ਹਾਂ ਸਵਰਗੀ ਪਰਿਵਾਰ ਵਿੱਚ ਕੌਣ ਹੈ? ਬਾਈਬਲ ਸਾਨੂੰ ਸਪਸ਼ਟ ਤੌਰ ਤੇ ਜਗਾਉਂਦੀ ਹੈ ਕਿ ਪੱਕਾ ਸਵਰਗੀ ਪਿਤਾ ਦੀ ਮੌਜੂਦਗੀ ਹੈ। ਜਦੋਂ ਅਸੀਂ ਪਰਮੇਸ਼ਵਰ ਦੇ ਰਾਜ ਵਿੱਚ ਜਾਈਏ, ਤਾਂ ਅਸੀਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੇ ਅਸਲੀ ਰੂਪ ਨੂੰ ਦੇਖਾਂਗੇ ਜਿਨ੍ਹਾਂ ਨੇ ਉਤਪਤ ਅਧਿਆਇ 1 ਵਿੱਚ ਕਿਹਾ ਸੀ, ਅਸੀਂ ਆਦਮੀ ਨੂੰ ਆਪਣੇ ਵਰਗਾ ਬਣਾਈਏ। ਜਿਵੇਂ ਇੱਕ ਸਰੀਰਕ ਪਿਤਾ ਹੈ, ਉਸੇ ਤਰ੍ਹਾਂ ਇੱਕ ਆਤਮਿਕ ਪਿਤਾ ਹੈ। ਪਿਤਾ ਉਹ ਸਿਰਲੇਖ ਨਹੀਂ ਹੈ ਜਿਸ ਦੀ ਵਰਤੋਂ ਅਸੀਂ ਕੰਮ ਵਾਲੀ ਥਾਂ ਤੇ ਕਰਦੇ ਹਾਂ। ਇਸ ਦੀ ਵਰਤੋਂ ਘਰ ਵਿੱਚ ਕੀਤੀ ਜਾਂਦੀ ਹੈ। ਧਰਤੀ ਤੇ ਪਰਿਵਾਰ ਪ੍ਰਣਾਲੀ ਸਵਰਗ ਵਿੱਚ ਪਰਿਵਾਰ ਪ੍ਰਣਾਲੀ ਦੀ ਨਕਲ ਅਤੇ ਪਰਛਾਵਾਂ ਹੈ। ਆਓ ਅਸੀਂ ਇਸ ਗੱਲ ਦੀ ਪੁਸ਼ਟੀ ਕਰੀਏ ਕਿ ਇਸ ਧਰਤੀ ਉੱਤੇ ਸਰੀਰਕ ਭੈਣ ਭਰਾ ਹਨ, ਉਸੇ ਤਰ੍ਹਾਂ ਸਵਰਗ ਵਿੱਚ ਵੀ ਭਰਾ ਭੈਣ ਹਨ। ਆਓ ਅਸੀਂ 2 ਕੁਰਿੰਥੀਆਂ ਅਧਿਆਇ 6 ਉੱਤੇ ਜਾਈਏ। ਆਓ ਅਸੀਂ ਅਧਿਆਇ 6 ਵਚਨ 17 ਦੇਖੀਏ। ਇਸ ਲਈ ਉਹਨਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ, ਪ੍ਰਭ ਆਖਦਾ ਹੈ, ਅਤੇ ਕਿਸੇ ਪਰਿਸ਼ਟ ਵਸਤ ਨੂੰ ਹੱਥ ਨਾ ਲਾਓ। ਮੈਂ ਤੁਹਾਨੂੰ ਕਬੂਲ ਕਰ ਲਵਾਂਗਾ। ਅਰ ਉਹ ਕੌਣ ਹੋਵੇਗਾ? ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ। ਅਸੀਂ ਕੌਣ ਹੋਵਾਂਗੇ? ਪੁੱਤਰ ਧੀਆਂ ਹੋਵੋਗੇ। ਅੰਗਰੇਜ਼ੀ ਬਾਈਬਲ ਵਿੱਚ ਪਰਮੇਸ਼ਵਰ ਨੇ ਸਾਫ਼ ਕਿਹਾ, ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਇਹ ਸ਼ਬਦ ਕਿਸਨੇ ਬੋਲੇ? ਇਹ ਬਚਨ ਸਰਬ ਸ਼ਕਤੀਮਾਨ ਪ੍ਰਭ ਦਾ ਹੈ। ਬਾਈਬਲ ਦਰਜ ਕਰਦੀ ਹੈ ਕਿ ਪਰਮੇਸ਼ਵਰ ਨੇ ਇਹ ਵਚਨ ਕਹੇ ਸੀ। ਪਰਮੇਸ਼ਵਰ ਸਾਡੇ ਪਿਤਾ ਹਨ ਅਤੇ ਅਸੀਂ ਉਹਨਾਂ ਦੇ ਪੁੱਤਰ ਅਤੇ ਧੀਆਂ ਹਾਂ। ਇਹ ਲਿਖਿਆ ਹੈ ਕਿ ਸਰਬ ਸ਼ਕਤੀਮਾਨ ਪ੍ਰਭੂ ਨੇ ਇਹ ਵਚਨ ਬੋਲੇ ਸੀ। ਜਿਵੇਂ ਇਸ ਧਰਤੀ ਤੇ ਪਿਤਾ, ਪੁੱਤਰ ਅਤੇ ਧੀਆਂ ਹਨ, ਉਸੇ ਤਰ੍ਹਾਂ ਸਵਰਗ ਵਿੱਚ ਆਤਮਿਕ ਪਿਤਾ, ਆਤਮਿਕ ਪੁੱਤਰ ਅਤੇ ਆਤਮਿਕ ਧੀਆਂ ਵੀ ਹਨ। ਇਸ ਲਈ ਅਸੀਂ ਚਰਚ ਵਿੱਚ ਇੱਕ ਦੂਜੇ ਨੂੰ ਭੈਣ ਭਰਾ ਕਹਿੰਦੇ ਹਾਂ। ਇਹ ਸਿਰਫ ਕੁਝ ਸਿਰਲੇਖ ਨਹੀਂ ਹਨ, ਪਰ ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਸਾਰੇ ਪਰਮੇਸ਼ਵਰ ਦੀ ਸੰਤਾਨ ਹਾਂ। ਇਹ ਸਰਬ ਸ਼ਕਤੀਮਾਨ ਪ੍ਰਭੂ ਪਰਮੇਸ਼ਵਰ ਦੀ ਸਿੱਖਿਆ ਹੈ। ਫਿਰ ਜੇਕਰ ਸਰੀਰਕ ਪਰਿਵਾਰ ਵਿੱਚ ਇੱਕ ਪਿਤਾ, ਪੁੱਤਰ ਅਤੇ ਧੀਆਂ ਹਨ, ਤਾਂ ਹੋਰ ਕੌਣ ਹੋਣਾ ਚਾਹੀਦਾ ਹੈ? ਇੱਕ ਮਾਤਾ ਹੋਣੀ ਚਾਹੀਦੀ ਹੈ। ਕਿਉਂਕਿ ਉਹ ਜੋ ਕੁਝ ਸਵਰਗ ਵਿੱਚ ਹੈ ਉਸ ਦੀ ਨਕਲ ਅਤੇ ਪਰਛਾਵਾਂ ਹੈ, ਤਾਂ ਸਵਰਗ ਵਿੱਚ ਵੀ ਕੌਣ ਹੋਣਾ ਚਾਹੀਦਾ ਹੈ? ਜੇਕਰ ਸਵਰਗ ਵਿੱਚ ਅਸਲੀਅਤ ਦੇ ਰੂਪ ਵਿੱਚ ਮਾਤਾ ਦੀ ਮੌਜੂਦਗੀ ਨਹੀਂ ਹੈ, ਤਾਂ ਇਸ ਧਰਤੀ ਤੇ ਇੱਕ ਮਾਤਾ ਨੂੰ ਕਦੇ ਨਹੀਂ ਬਣਾਇਆ ਜਾ ਸਕਦਾ ਹੈ ਜੋ ਇੱਕ ਨਕਲ ਅਤੇ ਪਰਛਾਵਾਂ ਹੈ। ਆਓ ਅਸੀਂ ਗਲਾਤੀਆਂ ਅਧਿਆਇ 4 ਵਚਨ 26 ਦੇਖੀਏ। ਗਲਾਤੀਆਂ ਅਧਿਆਇ 4 ਵਚਨ 26 ਵਿੱਚ ਲਿਖਿਆ ਗਿਆ ਹੈ, ਪਰ ਯਰੂਸ਼ਲਮ ਜੋ ਉਤਾਹਾਂ ਹੈ, ਇੱਥੇ ਉੱਪਰ ਦਾ ਮਤਲਬ ਸਵਰਗ ਹੈ। ਸਵਰਗ ਦੀ ਯਰੂਸ਼ਲਮ ਉਹ ਆਜ਼ਾਦ ਹੈ। ਉਹ ਕੌਣ ਹੈ? ਉਹ ਸਾਡੀ ਮਾਤਾ ਹੈ। ਸਾਰੇ ਲੋਕੋ, ਇਹ ਕੋਰੀਅਨ ਅਨੁਵਾਦ ਤੱਕ ਸੀਮਿਤ ਨਹੀਂ ਹੈ। ਇਹ ਬਾਈਬਲ ਦੇ ਸਾਰੇ ਸੰਸਕਰਣਾਂ ਵਿੱਚ, ਮੂਲ ਯੂਨਾਨੀ ਬਾਈਬਲ ਵਿੱਚ, ਅੰਗਰੇਜ਼ੀ ਬਾਈਬਲ ਵਿੱਚ, ਅਰਬੀ ਬਾਈਬਲ ਵਿੱਚ ਅਤੇ ਫਰਾਂਸੀਸੀ ਬਾਈਬਲ ਵਿੱਚ ਇਸੇ ਤਰ੍ਹਾਂ ਲਿਖਿਆ ਗਿਆ ਹੈ। ਬਾਈਬਲ ਸਾਫ਼ ਤੌਰ ਤੇ ਕਿਸ ਨੂੰ ਦਿਖਾਉਂਦੀ ਹੈ ਕਿ ਸਾਡੇ ਕੋਲ ਕੌਣ ਹੈ? ਸਵਰਗੀ ਮਾਤਾ ਹੈ। ਹਾਲਾਂਕਿ ਅੱਜ ਦੇ ਚਰਚ ਇਸ ਗੱਲ ਤੇ ਜ਼ੋਰ ਦਿੰਦੇ ਹਨ, ਉਹ ਚਰਚ ਜੋ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦਾ ਹੈ, ਕੁਧਰਮ ਹੈ। ਸਾਰੇ ਲੋਕੋ,
ਜਿਹੜੇ ਲੋਕ ਬਾਈਬਲ ਵਿੱਚੋਂ ਕੁਝ ਵੀ ਵਧਾਉਂਦੇ ਹਨ ਉਹ ਬਿਪਤਾਵਾਨ ਪਾਉਣਗੇ ਅਤੇ ਜੋ ਲੋਕ ਬਾਈਬਲ ਵਿੱਚੋਂ ਕੁਝ ਵੀ ਘਟਾਉਂਦੇ ਹਨ ਉਹਨਾਂ ਦਾ ਕੀ ਹੋਵੇਗਾ? ਬਾਈਬਲ ਵਿੱਚ ਲਿਖੀ ਗਈ ਮਾਤਾ ਪਰਮੇਸ਼ਵਰ ਦਾ ਇਨਕਾਰ ਕਰਨਾ ਪਰਮੇਸ਼ਵਰ ਦੇ ਵਚਨ ਤੋਂ ਇਨਕਾਰ ਕਰਨ ਦੇ ਬਰਾਬਰ ਹੈ। ਇਸ ਲਈ ਪਰਮੇਸ਼ਵਰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦਾ ਉਹਨਾਂ ਦਾ ਅਧਿਕਾਰ ਖੋਹ ਲੈਣਗੇ। ਉਹ ਸੱਚ ਦੇ ਵਚਨ ਨੂੰ ਬਹੁਤ ਹਲਕੇ ਵਿੱਚ ਲੈ ਰਹੇ ਹਨ। ਇਸੇ ਕਰਕੇ ਉਹ ਬਾਈਬਲ ਦੀ ਸੱਚਾਈ ਤੋਂ ਮੂੰਹ ਮੋੜ ਰਹੇ ਹਨ। ਬਾਈਬਲ ਸਪਸ਼ਟ ਤੌਰ ਤੇ ਗਵਾਹੀ ਦਿੰਦੀ ਹੈ ਕਿ ਆਤਮਿਕ ਮਾਤਾ ਦੀ ਮੌਜੂਦਗੀ ਹੈ। ਕੀ ਸਾਡੀ ਮਾਤਾ ਸ਼ਬਦ ਨੂੰ ਸਮਝਣਾ ਔਖਾ ਹੈ? ਇਹ ਲਿਖਿਆ ਹੈ, ਯਰੂਸ਼ਲਮ ਜੋ ਉਤਾਹਾਂ ਹੈ, ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। ਅਤੇ ਰਸੂਲ ਯੂਹੰਨਾ ਦੁਆਰਾ ਲਿਖੀ ਗਈ ਪ੍ਰਕਾਸ਼ ਦੀ ਪੋਥੀ ਇਸ ਯਰੂਸ਼ਲਮ ਨਾਲ ਸੰਬੰਧਿਤ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 19 ਦੁਆਰਾ ਇਸ ਦੀ ਪੁਸ਼ਟੀ ਕਰੀਏ। ਪ੍ਰਕਾਸ਼ ਦੀ ਪੋਥੀ ਅਧਿਆਇ 19 ਵਚਨ 7। ਆਓ ਅਸੀਂ ਆਨੰਦ ਕਰੀਏ ਅਤੇ ਨਿਹਾਲ ਹੋਈਏ ਅਤੇ ਉਹਦੀ ਵਡਿਆਈ ਕਰੀਏ। ਲੇਲੇ ਦਾ ਵਿਆਹ ਜੋ ਆ ਗਿਆ ਹੈ ਅਤੇ ਕਿਸ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ? ਉਹਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਅੱਗੇ ਲਿਖਿਆ ਹੈ, ਇਹ ਉਸ ਨੂੰ ਬਖਸ਼ਿਆ ਗਿਆ ਭਈ ਭੜਕੀਲੇ ਅਤੇ ਸਾਫ਼ ਕਤਾਨ ਦੀ ਪੁਸ਼ਾਕ ਪਾਵੇ। ਇਹ ਕਤਾਨ ਤਾਂ ਸੰਤਾਂ ਦਾ ਧਰਮੀ ਕੰਮ ਹੈ। ਇੱਥੇ ਰਸੂਲ ਯੂਹੰਨਾ ਨੇ ਲੇਲੇ ਦਾ ਵਿਆਹ ਦੇਖਿਆ। ਅਤੇ ਲੇਲੇ ਕੋਲ ਕੌਣ ਹੈ? ਉਹਨਾਂ ਕੋਲ ਇੱਕ ਲਾੜੀ ਹੈ। ਲੇਲੇ ਦੀ ਇਹ ਲਾੜੀ ਕੌਣ ਹੈ? ਰਸੂਲ ਯੂਹੰਨਾ ਬਹੁਤ ਉਤਸੁਕ ਸੀ। ਅੱਜ ਦੀਆਂ ਕਲੀਸਿਆਵਾਂ ਸਿਖਾਉਂਦੀਆਂ ਹਨ ਕਿ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਵਿੱਚ ਲੇਲੇ ਦੀ ਲਾੜੀ ਸੰਤ ਹੈ। ਹਾਲਾਂਕਿ ਇਸ ਪ੍ਰਕਾਸ਼ ਦੀ ਪੋਥੀ ਦਾ ਗਵਾਹ ਕੌਣ ਸੀ? ਇਹ ਯਿਸੂ ਦੇ ਪਿਆਰੇ ਚੇਲੇ ਯੂਹੰਨਾ ਨੂੰ ਪ੍ਰਗਟ ਕੀਤਾ ਗਿਆ ਸੀ। ਅਤੇ ਯੂਹੰਨਾ ਵੀ ਇੱਕ ਸੰਤ ਹੈ। ਜੇ ਸੰਤ ਲਾੜੀ ਹੈ ਤਾਂ ਯੂਹੰਨਾ ਨੂੰ ਕਹਿਣਾ ਚਾਹੀਦਾ ਸੀ, ਉਹ ਮੈਂ ਲਾੜੀ ਹਾਂ। ਫਿਰ ਵੀ ਉਹ ਉਸ ਨੂੰ ਦਿਖਾਉਣ ਲਈ ਕਹਿੰਦੇ ਹੋਏ ਕਿ ਉਹ ਲਾੜੀ ਕੌਣ ਹੈ, ਲੇਲੇ ਦੀ ਲਾੜੀ ਨੂੰ ਦੇਖਣਾ ਚਾਹੁੰਦਾ ਸੀ। ਆਓ ਅਸੀਂ ਅਧਿਆਇ 21 ਉੱਤੇ ਜਾਈਏ। ਇਸ ਦੁਆਰਾ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਸੰਤ ਲੇਲੇ ਦੀ ਲਾੜੀ ਨਹੀਂ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 9 ਵਿੱਚ ਲਿਖਿਆ ਹੈ, ਜਿਨ੍ਹਾਂ 7 ਦੂਤਾਂ ਕੋਲ ਉਹ 7 ਕਟੋਰੇ ਸਨ ਅਤੇ ਜਿਹੜੇ 6 ਕੜਲੀਆਂ 7 ਬਵਾਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਭਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ। ਸਵਰਗਦੂਤ ਨੇ ਯੂਹੰਨਾ ਨੂੰ ਕਿਹਾ, ਮੈਂ ਤੈਨੂੰ ਲੇਲੇ ਦੀ ਲਾੜੀ ਦਿਖਾਵਾਂਗਾ। ਯੂਹੰਨਾ ਇੱਕ ਸੰਤ ਸੀ, ਫਿਰ ਵੀ ਸਵਰਗਦੂਤ ਨੇ ਉਸ ਨੂੰ ਲਾੜੀ ਦਿਖਾਈ, ਜੋ ਯੂਹੰਨਾ ਤੋਂ ਇਲਾਵਾ ਇੱਕ ਹੋਰ ਸੰਤ ਹੈ ਜਿਸ ਉੱਤੇ ਅੱਜ ਦੇ ਚਰਚ ਜ਼ੋਰ ਦਿੰਦੇ ਹਨ। ਇਹ ਦਰਸਾਉਂਦਾ ਹੈ ਕਿ ਲਾੜੀ ਨੂੰ ਸੰਤ ਕਹਿਣਾ ਗਲਤ ਹੈ। ਇੱਥੇ ਪਰਮੇਸ਼ਵਰ ਯੂਹੰਨਾ ਨੂੰ ਲੇਲੇ ਦੀ ਲਾੜੀ ਦਿਖਾਉਣ ਵਾਲੇ ਹਨ। ਆਓ ਅਸੀਂ ਫਿਰ ਤੋਂ ਵਚਨ 9 ਪੜ੍ਹੀਏ। ਜਿਨ੍ਹਾਂ 7 ਦੂਤਾਂ ਕੋਲ ਉਹ 7 ਕਟੋਰੇ ਸਨ ਅਤੇ ਜਿਹੜੇ 6 ਕੜਲੀਆਂ 7 ਬਵਾਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਭਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ। ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸਨੇ ਕਿਸ ਨੂੰ ਵਿਖਾਇਆ? ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ੁਰ ਕੋਲੋਂ ਆਕਾਸ਼ੋਂ ਉਤਰਦੀ ਮੈਨੂੰ ਵਿਖਾਈ, ਜਿਹਦੇ ਵਿੱਚ ਪਰਮੇਸ਼ੁਰ ਦਾ ਤੇਜ ਸੀ। ਲੇਲੇ ਕੋਲ ਇੱਕ ਲਾੜੀ ਹੈ, ਇੱਕ ਪਤਨੀ ਹੈ। ਇੱਥੇ ਇਹ ਕਹਿੰਦਾ ਹੈ ਲਾੜੀ ਅਰਥਾਤ ਲੇਲੇ ਦੀ ਪਤਨੀ, ਅਤੇ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਇਹ ਕਹਿੰਦਾ ਹੈ ਆਤਮਾ ਅਤੇ ਲਾੜੀ। ਉਹਨਾਂ ਦਾ ਮਤਲਬ ਇੱਕ ਹੀ ਹੈ ਨਾ? ਇੱਕ ਹੀ ਸੰਦੇਸ਼ ਨੂੰ ਵੱਖਰੇ ਤਰੀਕੇ ਨਾਲ ਵਿਅਕਤ ਕੀਤਾ ਗਿਆ ਹੈ। ਸਵਰਗਦੂਤ ਨੇ ਯੂਹੰਨਾ ਨੂੰ ਕਿਹਾ, ਮੈਂ ਤੈਨੂੰ ਲਾੜੀ ਦਿਖਾਵਾਂਗਾ, ਅਤੇ ਉਸ ਨੂੰ ਯਰੂਸ਼ਲਮ ਨੂੰ ਸਵਰਗ ਤੋਂ ਹੇਠਾਂ ਆਉਂਦੇ ਦਿਖਾਇਆ। ਗਲਾਤੀਆਂ ਅਧਿਆਇ 4 ਵਚਨ 26 ਵਿੱਚ ਇਹ ਉੱਪਰੋਂ ਹੇਠਾਂ ਆਉਣ ਵਾਲੀ ਯਰੂਸ਼ਲਮ ਦਾ ਜ਼ਿਕਰ ਕਰਦਾ ਹੈ। ਯਰੂਸ਼ਲਮ ਜੋ ਸਵਰਗ ਵਿੱਚ ਹੈ, ਅਤੇ ਉਹ ਕੌਣ ਹੈ? ਉਹ ਸਾਡੀ ਮਾਤਾ ਹੈ। ਇਸ ਤਰ੍ਹਾਂ ਆਤਮਾ ਪਿਤਾ ਪਰਮੇਸ਼ਵਰ ਨੂੰ ਦਰਸਾਉਂਦਾ ਹੈ ਜਿਨ੍ਹਾਂ ਕੋਲ ਨਰ ਸਰੂਪ ਹੈ, ਅਤੇ ਲਾੜੀ ਮਾਤਾ ਪਰਮੇਸ਼ਵਰ ਨੂੰ ਦਰਸਾਉਂਦੀ ਹੈ ਜਿਨ੍ਹਾਂ ਕੋਲ ਨਾਰੀ ਸਰੂਪ ਹੈ। ਇਸ ਯੁੱਗ ਵਿੱਚ ਸਾਰੀ ਮਨੁੱਖ ਜਾਤੀ ਨੂੰ ਉਸ ਸਥਾਨ ਵੱਲ ਦੌੜਨਾ ਚਾਹੀਦਾ ਹੈ ਜਿੱਥੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਉਹਨਾਂ ਨੂੰ ਬੁਲਾ ਰਹੇ ਹਨ। ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਕਿੱਥੇ ਹਨ? ਉਹਨਾਂ ਕੋਲ ਜਾਣ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿੱਥੇ ਹਨ। ਅੰਤ ਦੇ ਦਿਨਾਂ ਵਿੱਚ ਪਰਮੇਸ਼ਵਰ ਕਿੱਥੇ ਹੋਣਗੇ? ਪਰਮੇਸ਼ਵਰ ਸੀਯੋਨ ਵਿੱਚ ਹੋਣਗੇ। ਆਓ ਅਸੀਂ ਇਕੱਠੇ ਉਸ ਦ੍ਰਿਸ਼ ਨੂੰ ਵੇਖੀਏ।
ਆਓ ਅਸੀਂ ਜ਼ਬੂਰਾਂ ਦੀ ਪੋਥੀ 132 ਉੱਤੇ ਜਾਈਏ। ਜ਼ਬੂਰਾਂ ਦੀ ਪੋਥੀ ਅਧਿਆਇ 132 ਵਚਨ 13 ਵਿੱਚ ਇਹ ਲਿਖਿਆ ਹੈ, ਯਹੋਵਾਹ ਨੇ ਤਾਂ ਸੀਯੋਨ ਨੂੰ ਚੁਣਿਆ, ਉਹਨੇ ਉਸ ਨੂੰ ਕਿਸ ਲਈ ਚਾਹਿਆ ਹੈ? ਆਪਣੇ ਨਿਵਾਸ ਲਈ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਪਰਮੇਸ਼ਵਰ ਨੇ ਸੀਯੋਨ ਨੂੰ ਆਪਣੇ ਘਰ ਦੇ ਰੂਪ ਵਿੱਚ ਚੁਣਿਆ। ਆਪਣੇ ਵੇਸੇਬੇ ਲਈ ਉਹਨੂੰ ਪਸੰਦ ਕੀਤਾ ਕਿ ਉਹ ਉੱਥੇ ਸਿਰਫ ਕੁਝ ਸਮੇਂ ਲਈ ਨਿਵਾਸ ਕਰਨਗੇ। ਇਹ ਸਦਾ ਲਈ ਮੇਰਾ ਵਿਸਰਾਮ ਧਾਮ ਹੋਵੇਗਾ, ਮੈਂ ਇੱਥੇ ਵਸਾਂਗਾ, ਮੈਂ ਇਸ ਨੂੰ ਪਸੰਦ ਜੋ ਕਰ ਲਿਆ ਹੈ। ਕਿਉਂਕਿ ਪਰਮੇਸ਼ਵਰ ਨੇ ਸੀਯੋਨ ਨੂੰ ਚੁਣਿਆ ਹੈ ਅਤੇ ਇਸ ਨੂੰ ਆਪਣੇ ਨਿਵਾਸ ਲਈ ਚੁਣਿਆ ਹੈ, ਤਾਂ ਆਤਮਾ ਅਤੇ ਲਾੜੀ ਕਿੱਥੇ ਨਿਵਾਸ ਕਰਦੇ ਹਨ? ਉਹ ਸੀਯੋਨ ਵਿੱਚ ਨਿਵਾਸ ਕਰਦੇ ਹਨ। ਆਖਰਕਾਰ ਜਦੋਂ ਅਸੀਂ ਸੀਯੋਨ ਜਾਈਏ ਤਾਂ ਅਸੀਂ ਕੀ ਪ੍ਰਾਪਤ ਕਰ ਸਕਦੇ ਹਾਂ? ਅਸੀਂ ਸਦੀਪਕ ਜੀਵਨ ਪ੍ਰਾਪਤ ਕਰ ਸਕਦੇ ਹਾਂ। ਸਿਰਫ ਜਦੋਂ ਅਸੀਂ ਸੀਯੋਨ ਜਾਂਦੇ ਹਾਂ ਤਾਂ ਅਸੀਂ ਪਾਪਾਂ ਦੀ ਮਾਫੀ ਅਤੇ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਅਜਿਹਾ ਕਿਉਂ ਹੈ? ਉੱਥੇ ਕੌਣ ਨਿਵਾਸ ਕਰਦੇ ਹਨ? ਸੀਯੋਨ ਉਹ ਜਗ੍ਹਾ ਹੈ ਜਿੱਥੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਰਹਿੰਦੇ ਹਨ। ਸਾਨੂੰ ਉਸ ਥਾਂ ਤੇ ਜਾਣਾ ਚਾਹੀਦਾ ਹੈ ਜਿੱਥੇ ਆਤਮਾ ਅਤੇ ਲਾੜੀ ਸਾਨੂੰ ਆਉਣ ਲਈ ਕਹਿੰਦੇ ਹਨ। ਪਰਮੇਸ਼ਵਰ ਦੀ ਇੱਛਾ ਤੇ ਚੱਲਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੀ ਭਵਿੱਖਬਾਣੀ ਨੂੰ ਪੂਰਾ ਕਰਨਾ ਚਾਹੀਦਾ ਹੈ। ਆਓ ਅਸੀਂ ਫਿਰ ਤੋਂ ਵਚਨ 13 ਵੇਖੀਏ। ਯਹੋਵਾਹ ਨੇ ਤਾਂ ਸੀਯੋਨ ਨੂੰ ਚੁਣਿਆ, ਉਹਨੇ ਆਪਣੇ ਵੇਸੇਬੇ ਲਈ ਉਹਨੂੰ ਪਸੰਦ ਕੀਤਾ। ਇਹ ਸਦਾ ਲਈ ਮੇਰਾ ਵਿਸਰਾਮ ਧਾਮ ਹੋਵੇਗਾ, ਮੈਂ ਇੱਥੇ ਵਸਾਂਗਾ, ਮੈਂ ਇਸ ਨੂੰ ਪਸੰਦ ਜੋ ਕਰ ਲਿਆ ਹੈ। ਮੈਂ ਉਹਦੇ ਰਿਜ਼ਕ ਵਿੱਚ ਕਾਫੀ ਬਰਕਤ ਦਿਆਂਗਾ ਅਤੇ ਉਹਦੇ ਕੰਗਾਲਾਂ ਨੂੰ ਰੋਟੀ ਨਾਲ ਰਜਾਵਾਂਗਾ। ਮੈਂ ਉਹਦੇ ਜਾਜਕਾਂ ਨੂੰ ਮੁਕਤੀ ਦਾ ਲਿਬਾਸ ਪਵਾਵਾਂਗਾ ਤੇ ਉਹਦੇ ਸੰਤ ਖੁਸ਼ੀ ਦੇ ਜੈਕਾਰੇ ਗਜਾਉਣਗੇ। ਉੱਥੇ ਮੈਂ ਦਾਊਦ ਲਈ ਇੱਕ ਸਿੰਘ ਫੁਟਾਵਾਂਗਾ, ਮੈਂ ਆਪਣੇ ਮਸਹ ਕੀਤੇ ਹੋਏ ਲਈ ਇੱਕ ਦੀਵਾ ਤਿਆਰ ਰੱਖਿਆ ਹੈ। ਉਹਦੇ ਵੈਰੀਆਂ ਨੂੰ ਮੈਂ ਸ਼ਰਮ ਦਾ ਲਿਬਾਸ ਪਵਾਵਾਂਗਾ, ਪਰ ਉਹਦੇ ਉੱਤੇ ਉਹਦਾ ਮੁਕਟ ਚਮਕੇਗਾ। ਵੇਖੋ ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵਸਣ। ਸੀਯੋਨ ਸੱਚਮੁੱਚ ਕਿਰਪਾ ਨਾਲ ਭਰਪੂਰ ਹੈ। ਪਰਮੇਸ਼ਵਰ ਨੇ ਸੀਯੋਨ ਨੂੰ ਚੁਣਿਆ ਹੈ ਅਤੇ ਉੱਥੇ ਮੁਕਤੀ ਅਤੇ ਸਦੀਪਕ ਜੀਵਨ ਦੀ ਆਸ਼ੀਸ਼ ਦਿੱਤੀ ਹੈ। ਕੋਈ ਹੋਰ ਥਾਂ ਨਹੀਂ ਹੈ ਜਿੱਥੇ ਸਦੀਪਕ ਜੀਵਨ ਦਾ ਵਾਅਦਾ ਕੀਤਾ ਗਿਆ ਹੈ। ਆਓ ਅਸੀਂ ਜ਼ਬੂਰਾਂ ਦੀ ਪੋਥੀ 133 ਉੱਤੇ ਜਾਈਏ। ਜ਼ਬੂਰਾਂ ਦੀ ਪੋਥੀ 133। ਵੇਖੋ ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵਸਣ। ਇਹ ਉਸ ਖਾਲਸ ਤੇਲ ਦੀ ਨਿਆਈ ਹੈ ਜਿਹੜਾ ਸਿਰ ਉੱਤੋਂ ਚੋ ਕੇ ਦਾੜ੍ਹੀ ਉੱਤੇ ਅਰਥਾਤ ਹਾਰੂਨ ਦੀ ਦਾੜ੍ਹੀ ਉੱਤੇ ਉਤਰਿਆ ਅਤੇ ਉਸ ਦੀ ਪੁਸ਼ਾਕ ਦੀ ਕੋਰ ਤੀਕ ਪੁੱਜਿਆ। ਹਰਮੋਨ ਦੀ ਤਰੇਲ ਦੀ ਨਿਆਈ ਜੋ ਸੀਯੋਨ ਦੇ ਪਹਾੜ ਉੱਤੇ ਚੋਦੀ ਹੈ, ਤਾਂ ਹੀ ਉੱਥੇ ਯਹੋਵਾਹ ਨੇ ਬਰਕਤ ਦਾ ਅਰਥਾਤ ਕਿੱਥੇ? ਸੀਯੋਨ ਵਿੱਚ ਕੀ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ। ਪਰਮੇਸ਼ਵਰ ਸੀਯੋਨ ਵਿੱਚ ਆਪਣੇ ਨਿਵਾਸ ਸਥਾਨ ਵਿੱਚ ਸਦੀਪਕ ਜੀਵਨ ਦੇਣ ਦਾ ਵਾਅਦਾ ਵੀ ਕਰਦੇ ਹਨ। ਜਦੋਂ ਅਸੀਂ ਸੀਯੋਨ ਜਾਈਏ ਤਾਂ ਸਾਨੂੰ ਕਿਸ ਨੂੰ ਮਿਲਣਾ ਚਾਹੀਦਾ ਹੈ? ਜਦੋਂ ਅਸੀਂ ਸੀਯੋਨ ਵਿੱਚ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਮਿਲਦੇ ਹਾਂ ਤਾਂ ਅਸੀਂ ਮੁਕਤੀ, ਪਾਪਾਂ ਦੀ ਮਾਫੀ ਅਤੇ ਸਦੀਪਕ ਜੀਵਨ ਪ੍ਰਾਪਤ ਕਰ ਸਕਦੇ ਹਾਂ। ਅੱਜ ਦੇ ਚਰਚਾਂ ਵਿੱਚ ਬੇਹੂਦਾ ਅਤੇ ਝੂਠੀਆਂ ਸਿੱਖਿਆਵਾਂ ਵਿਆਪਕ ਰੂਪ ਨਾਲ ਫੈਲੀਆਂ ਹਨ। ਬਾਈਬਲ ਨੂੰ ਮਨੁੱਖੀ ਗਿਆਨ ਦੁਆਰਾ ਨਹੀਂ ਸਮਝਿਆ ਜਾ ਸਕਦਾ। ਪ੍ਰਕਾਸ਼ ਦੀ ਪੋਥੀ ਅਧਿਆਇ 5 ਵਿੱਚ ਇਹ ਲਿਖਿਆ ਹੈ ਕਿ ਦਾਊਦ ਦੀ ਜੜ ਕਿਤਾਬ ਅਤੇ ਇਸ ਦੀਆਂ 7 ਮੋਹਰਾਂ ਨੂੰ ਖੋਲ੍ਹਣ ਦੇ ਯੋਗ ਕੌਣ ਹੈ? ਇਹ ਅਜਿਹਾ ਕੁਝ ਨਹੀਂ ਹੈ ਜਿਸ ਨੂੰ ਕੋਈ ਵੀ ਕਰ ਸਕਦਾ ਹੈ ਨਾ? ਫਿਰ ਉਹ ਚਰਚ ਕਿਸ ਪ੍ਰਕਾਰ ਦਾ ਚਰਚ ਹੈ ਜਿਸ ਵਿੱਚ ਆਤਮਾ ਅਤੇ ਲਾੜੀ ਮਨੁੱਖਜਾਤੀ ਨੂੰ ਆਉਣ ਲਈ ਕਹਿੰਦੇ ਹਨ? ਵਰਲਡ ਮਿਸ਼ਨ ਸੁਸਾਇਟੀ ਚਰਚ ਆਫ ਗॉड ਉਹ ਚਰਚ ਹੈ ਜਿੱਥੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਮਨੁੱਖਜਾਤੀ ਨੂੰ ਆਉਣ ਅਤੇ ਸਦੀਪਕ ਜੀਵਨ ਪ੍ਰਾਪਤ ਕਰਨ ਲਈ ਬੁਲਾ ਰਹੇ ਹਨ। ਅਸੀਂ ਪਿਤਾ ਪਰਮੇਸ਼ਵਰ ਨੂੰ ਸਵੀਕਾਰ ਕੀਤਾ ਹੈ ਅਤੇ ਮਾਤਾ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੇ ਅਧੀਨ ਵਿਸ਼ਵਾਸ ਦੇ ਮਾਰਗ ਤੇ ਚੱਲ ਰਹੇ ਹਾਂ। ਆਓ ਅਸੀਂ ਪਰਮੇਸ਼ਵਰ ਤੋਂ ਆਪਣੀ ਕਮੀਆਂ ਨੂੰ ਪਵਿੱਤਰ ਆਤਮਾ ਨਾਲ ਭਰਨ ਲਈ ਕਹੀਏ। ਜੇਕਰ ਸਾਨੂੰ ਲੱਗਦਾ ਹੈ ਅਸੀਂ ਭਟਕ ਗਏ ਹਾਂ ਜਾਂ ਗਲਤ ਰਾਹ ਅਪਣਾ ਲਿਆ ਹੈ, ਤਾਂ ਆਓ ਅਸੀਂ ਪਰਮੇਸ਼ਵਰ ਤੋਂ ਆਪਣੀਆਂ ਗਲਤੀਆਂ ਨੂੰ ਸੁਧਾਰਨ ਅਤੇ ਧਾਰਮਿਕਤਾ ਵੱਲ ਵਾਪਸ ਲੈ ਜਾਣ ਲਈ ਕਹੀਏ, ਤਾਂ ਜੋ ਅਸੀਂ ਕਦੇ ਵੀ ਸਵਰਗ ਦੇ ਰਾਜ ਨੂੰ ਨਾ ਗੁਆ ਦੇਈਏ। ਮੈਨੂੰ ਆਸ ਹੈ ਕਿ ਸਾਡੇ ਸਾਰੇ ਸਵਰਗੀ ਪਰਿਵਾਰ ਦੇ ਮੈਂਬਰ ਅਜਿਹਾ ਕਰਨ ਦੇ ਯੋਗ ਹੋਣਗੇ। ਅਸੀਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਾਂ ਕਿਉਂਕਿ ਅਸੀਂ ਵਾਅਦੇ ਦੀ ਸਦੀਪਕ ਜੀਵਨ ਪਾਉਣ ਵਾਲੀ ਸੰਤਾਨ ਹਾਂ। ਇਹ ਆਸ ਕਰਦੇ ਹੋਏ ਕਿ ਅਸੀਂ ਸਾਰੇ ਮਾਤਾ ਪਰਮੇਸ਼ਵਰ ਦਾ ਪਾਲਣ ਕਰਾਂਗੇ ਅਤੇ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਾਂਗੇ। ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।